ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇੱਕ ਪਾਸੇ ਜਿੱਥੇ ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ 7 ਮਹੀਨਿਆਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਉੱਥੇ ਦੂਜੇ ਪਾਸੇ ਕਿਸਾਨੀ ਮੰਗਾਂ ਨੂੰ ਦਰਕਿਨਾਰ ਕਰਦੇ ਹੋਏ ਜਿਹੜੀ ਭਾਰਤੀ ਜਨਤਾ ਪਾਰਟੀ ਯਾਨੀ ਕਿ ਭਾਜਪਾ ਹੈ, ਉਹ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਹੈ। ਔਰ ਅਜਿਹੀ ਨਾਜ਼ੁਕ ਹਾਲਾਤਾਂ ਦੇ ਵਿੱਚ ਸਭ ਤੋਂ ਵੱਡੀ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੀ ਭਾਜਪਾ ਦੇ ਲੜ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਲੱਗ ਰਹੇ ਨੇ। ਬਹੁਤ ਸਾਰੇ ਪੰਜਾਬ ਦੇ ਜਿਹੜੇ ਆਗੂ ਨੇ ਉਹ ਭਾਜਪਾ 'ਚ ਸ਼ਾਮਿਲ ਹੋ ਰਹੇ ਨੇ। ਖਾਸ ਤੌਰ ਤੇ ਸਿੱਖ ਬੁੱਧੀਜੀਵੀਆਂ ਦੀ ਜੇ ਗੱਲ ਕਰੀਏ, ਸਿੱਖ ਚਿੰਤਕਾਂ ਦੀ ਜੇ ਗੱਲ ਕਰੀਏ, RSS ਦਾ ਤੇ ਸਿੱਖ ਧਰਮ ਦਾ ਜਿਹੜਾ ਪਾੜਾ ਹੈ ਬਹੁਤ ਵੱਡਾ ਹੈ। ਔਰ ਸਿੱਖ ਬੁੱਧੀਜੀਵੀ ਉਸੇ ਸੰਸਥਾ ਦੀ ਜਿਹੜੀ ਬਣਾਈ ਹੋਈ ਪਾਰਟੀ ਭਾਜਪਾ ਹੈ ਉਸ ਦੇ ਵਿੱਚ ਜਾ ਰਹੇ ਨੇ। ਇਸ ਖਬਰ ਦੇ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਮਾਇਨੇ ਹੋਣਗੇ, ਅਸੀਂ ਉਹੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਇਸ ਵੇਲੇ ਸਿੱਖ ਚਿੰਤਕ ਮੌਜੂਦ ਨੇ, ਡਾਕਟਰ ਖੁਸ਼ਹਾਲ ਸਿੰਘ ਸਰ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਜਿਸ ਤਰ੍ਹਾਂ ਮੈਂ ਕਿਹਾ RSS ਤੇ ਸਿੱਖ ਧਰਮ ਦਾ ਬਹੁਤ ਵੱਡਾ ਪਾੜਾ ਹੈ। ਬਹੁਤ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਦੋਂ ਸਿੱਖ ਧਰਮ RSS ਦੇ ਵੱਲੋਂ ਸਿੱਖ ਧਰਮ ਦਾ ਗਲਤ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾਂਦਾ ਹੈ। ਸਿੱਖ ਗੁਰੂ ਅਵਤਾਰਾਂ ਨੂੰ ਹਿੰਦੂ ਜਿਹੜੇ ਦੇਵੀ ਦੇਵਤਿਆਂ ਦਾ ਅਵਤਾਰ ਜਿਹੜਾ ਉਹ ਦੱਸਿਆ ਜਾਂਦਾ ਹੈ। ਪਰ ਕਿਸਾਨੀ ਅੰਦੋਲਨ ਜਿਹੜਾ ਹੈ ਹੁਣ ਜਿਸ ਮੋੜ 'ਤੇ ਪਹੁੰਚਿਆ ਹੋਇਆ ਹੈ, ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ ਭਰ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਦਾ ਵਿਰੋਧ ਕੀਤਾ ਜਾ ਰਿਹਾ ਹੈ, ਅਜਿਹੇ ਨਾਜ਼ੁਕ ਦੌਰ ਦੇ ਵਿੱਚ ਸਿੱਖ ਬੁੱਧੀਜੀਵੀਆਂ ਦਾ ਭਾਜਪਾ ਦੇ ਵਿੱਚ ਸ਼ਾਮਿਲ ਹੋਣਾ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਤੁਸੀਂ ਵੀ ਸਿੱਖ ਚਿੰਤਕ ਹੋ। ਇਸ ਲਈ ਮੈਂ ਜਾਣਨਾ ਚਾਹੁੰਦੀ ਹਾਂ। ਹਾਂਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ RSS ਤੇ ਜਿਹੜਾ ਸਿੱਖ ਪੰਥ ਹੈ ਇਹਦੇ ਵਿੱਚ ਬੁਨਿਆਦੀ ਜਿਹੜਾ ਸਿਧਾਂਤਕ ਫਰਕ ਹੈਗਾ ਆ, ਜਿਹੜਾ ਇੱਕ ਵਿਚਾਰਧਾਰਾ ਜਿਹੜੀ ਹੈਗੀ ਆ, ਇੱਕ ਫਿਰਕੇ ਦੀ ਵਿਚਾਰਧਾਰਾ ਆ ਜਿਹੜੀ ਉਹਨੂੰ ਮਤਲਬ ਦੂਸਰਿਆਂ ਨੂੰ ਟੋਲਰੇਟ ਨਹੀਂ ਕਰਦੇ, ਅਤੇ ਇੱਕ ਸਾਂਝੀਵਾਲਤਾ ਦੀ ਵਿਚਾਰਧਾਰਾ ਜਿਹੜੀ ਸਿੱਖ ਪੰਥ ਦੀ ਵਿਚਾਰਧਾਰਾ ਆ, ਆਪਸ ਵਿੱਚ ਬਹੁਤ ਵੱਡਾ ਪਾੜਾ ਆ। ਅਤੇ ਇਹਦੇ ਆਪਸ 'ਚ ਕੋਈ ਮੇਲ ਨਹੀਂ ਹੈਗਾ RSS ਦੀ ਸੋਚ ਦਾ ਔਰ ਪੰਥ ਦੀ ਸੋਚ ਦਾ। ਜਿੱਥੋਂ ਤੱਕ ਗੱਲ ਹੈ ਕਿ ਇਹਨਾਂ ਬੁੱਧੀਜੀਵੀਆਂ ਦਾ BJP 'ਚ ਸ਼ਾਮਲ ਹੋਣਾ, ਇਹ ਬਹੁਤ ਵੱਡਾ ਜਿਹੜਾ ਚਿੰਤਾ ਦਾ ਵਰਤਾਰਾ ਹੈਗਾ ਆ, ਫਨੋਮਨਾ ਆ। ਇਹ ਨਾ ਤਾਂ ਇੱਕ ਦਿਨ 'ਚ ਪੈਦਾ ਹੋਇਆ। ਇਹ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਉਹਦੀ ਜਿਹੜਾ ਡਾਊਨਫਾਲ ਹੈ, ਜੇ ਉਹ 'ਚ ਜਿਹੜੀ ਡਿਕਲਾਈਨ ਆਈ ਹੈ, ਜਿਹੜੀ ਉਹਦੀ ਗਿਰਾਵਟ ਆਈ ਹੈ, ਉਹਦੀ ਬਦੌਲਤ ਹੈ। ਕਿਉਂਕਿ ਹੁਣ ਜਿਹੜੀ ਅੱਜ ਦੀ ਡੇਟ ਦੇ ਵਿੱਚ ਸਿੱਖਾਂ ਦੀ ਜਿਹੜੀ ਨੁਮਾਇੰਦਾ ਪਾਰਟੀ ਮੰਨੀ ਜਾਂਦੀ ਸੀ, ਪੰਜਾਬ ਦੀ ਨੁਮਾਇੰਦਾ ਪਾਰਟੀ ਮੰਨੀ ਸ਼੍ਰੋਮਣੀ ਅਕਾਲੀ ਦਲ, ਉਹਦੇ ਸਾਰੋਕਾਰ ਜਿਹੜੇ ਆ ਆਮ ਲੋਕਾਂ ਨਾਲੋਂ, ਆਮ ਸਿੱਖਾਂ ਨਾਲੋਂ ਟੁੱਟ ਗਏ ਆ। ਸਿੱਖ ਜਿਹੜਾ ਕੇਡਰ ਸੀ, ਜਿੱਥੋਂ ਸਿੱਖਾਂ ਉਹਨੂੰ ਰਾ ਮਟੀਰੀਅਲ ਮਿਲਣਾ ਸੀ, ਉਹ ਬੰਦ ਹੋ ਚੁੱਕਿਆ ਆ। ਅਤੇ ਹੁਣ ਜਿਹੜੇ ਸਿੱਖ ਨੇ ਜਾਂ ਉਹਨਾਂ ਵਾਸਤੇ ਤਾਂ ਉਹਦੀ ਐਂਟਰੀ ਹੁਣ ਉਹਨਾਂ ਵਾਸਤੇ ਕੋਈ ਰਹੀ ਨਹੀਂ ਹੈਗੀ, ਕੋਈ ਦਿਲਚਸਪੀ ਨਹੀਂ ਹੈਗੀ, ਜਾਂ ਉਹਨਾਂ ਨੂੰ ਲੱਗਦਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਕਿਸੇ ਦੀ ਪਾਵਰ ਜਾਂ ਇਸ ਤਰ੍ਹਾਂ ਦੀ ਪਾਵਰ ਗੇਮ ਦੇ ਵਿੱਚ ਜਾਂ ਸੱਤਾ ਦੇ ਵਿੱਚ ਹਿੱਸੇਦਾਰੀ ਨਹੀਂ ਲਈ ਜਾ ਸਕਦੀ। ਦੂਸਰੇ ਪਾਸੇ ਜਦੋਂ BJP ਬਹੁਤ ਬੁਰੀ ਤਰ੍ਹਾਂ ਪਛੜੀ ਹੋਈ ਹੈ ਸਿਆਸੀ ਤੌਰ 'ਤੇ, ਹਰਿਆਣੇ ਦੇ ਵਿੱਚ ਉਹਨਾਂ ਦਾ ਜਿਹੜਾ ਹਾਲ ਹੋ ਰਿਹਾ, ਨਵੀਂ ਚੁਣੀ ਹੋਈ ਸਰਕਾਰ, ਨਵੇਂ ਚੁਣੇ ਹੋਏ ਜਿਹੜੇ ਉਹਨਾਂ ਦੇ CM ਹੈ, ਉਹ ਜਹਾਜ਼ ਨਹੀਂ ਉਤਾਰ ਸਕਦੇ ਕਿਤੇ, ਜਿਹੜੇ ਗਰਾਊਂਡ 'ਤੇ ਉਹਨਾਂ ਦੇ ਮਿਨਿਸਟਰ ਲੋਕਾਂ 'ਚ ਨਹੀਂ ਜਾ ਸਕਦੇ। ਪੰਜਾਬ 'ਚ ਵੀ ਐਵੇਂ ਦੇ ਹਾਲਤ ਨੇ। ਅਤੇ ਇਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਅਸੀਂ ਕੋਈ ਨਾ ਕੋਈ ਐਵੇਂ ਦੀ ਗੇਮ ਖੇਡੀਏ ਜਿਹਦੇ ਨਾਲ ਜਿਹੜਾ ਆ ਸਾਡੀ ਗੱਲ ਜਿਹੜੀ ਆ ਸਿਆਸੀ ਤੌਰ 'ਤੇ ਕੋਈ ਹੋ ਸਕੇ। ਉਹਦੇ ਵਿੱਚ ਉਹਨਾਂ ਨੇ ਦੋ ਨੁਕਾਤੀ ਪ੍ਰੋਗਰਾਮ ਬਣਾਇਆ। ਇੱਕ ਤਾਂ ਪੰਜਾਬ ਦੇ ਵਿੱਚ ਜਿਹੜਾ 33% ਦਲਿਤ ਹੈ, ਉਹਨਾਂ ਨੇ ਪੱਤਾ ਖੇਡਣਾ ਚਾਹਿਆ। ਦੂਜਾ ਸੀਗਾ ਕਿ ਸੋ ਕਾਲਡ ਬੁੱਧੀਜੀਵੀ ਕਿ ਜਿਹੜੇ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਦੇ ਵਾਰਸ ਕਹਾਉਂਦੇ ਸੀ, ਜਿਹੜੇ ਕਹਿੰਦੇ ਸੀ ਸੰਤ ਜਰਨੈਲ ਸਿੰਘ ਦੇ ਸੁਪਨਿਆਂ 'ਤੇ ਅਸੀਂ ਪਹਿਰਾ ਦਿਆਂਗੇ ਠੋਕ ਕੇ ਵਾਲੇ ਜਿਹੜੇ ਨਾਅਰੇ ਲਾਉਂਦੇ ਸੀ, ਉਹ ਬੰਦੇ ਜਿਹੜੇ ਆ ਉਹ BJP 'ਚ ਜਾ ਰਹੇ ਆ। ਇਹ ਕੋਈ ਵੱਖਰਾ ਵਰਤਾਰਾ ਨਹੀਂ। ਇਸ ਤੋਂ ਪਹਿਲਾਂ ਅਸੀਂ ਅਸਾਮ ਦਾ ਇਤਿਹਾਸ ਦੇਖ ਲਓ। ਅਸਾਮ ਦੇ ਵਿੱਚ ਆਸੂ ਦੀ ਸਰਕਾਰ ਬਣੀ ਸੀ ਤਾਂ ਹੋਸਟਲਾਂ 'ਚੋਂ ਬਣੀ ਸੀ, ਇੱਕ ਸਟੂਡੈਂਟ ਮੂਵਮੈਂਟ 'ਚੋਂ ਨਿਕਲੀ ਹੋਈ ਸਰਕਾਰ ਸੀਗੀ, ਬੜਾ ਇਨਕਲਾਬੀ ਜਥੇਬੰਦੀ ਸੀ ਉਹ। ਲੇਕਿਨ ਅੱਜ ਉਹਨਾਂ ਦਾ BJP ਨਾਲ ਸਮਝੌਤਾ ਹੈ। ਉਹ ਬਹੁਤੇ ਬੰਦੇ BJP ਸਰਕਾਰ ਦੇ ਵਿੱਚ ਰਹੇ। ਜਿਹੜੇ ਕਦੀ ਖਾੜਕੂ ਮੰਨੇ ਜਾਂਦੇ ਸੀ, ਜਿਹੜੇ ਗਰਮ ਖਿਆਲੀ ਮੰਨੇ ਜਾਂਦੇ ਸੀ, ਉਹ BJP ਦੀ ਗੋਦ 'ਚ ਆ ਕੇ ਬੈਠ ਗਿਆ। ਹੁਣ ਪੰਜਾਬ ਵਿੱਚ ਵੀ ਇਹ ਹਾਲਾਤ ਨੇ। ਹਰਿੰਦਰ ਸਿੰਘ ਕਾਹਲੋਂ 86 ਦੇ ਵਿੱਚ 85 ਦੇ ਵਿੱਚ ਉਹਨੇ ਫੈਡਰੇਸ਼ਨ ਦੀ ਪ੍ਰਧਾਨਗੀ ਕੀਤੀ ਆ, ਅਤੇ ਉਹ ਜਿਹੜੇ ਲੋਕ ਨੇ ਉਹ ਹੁਣ BJP 'ਚ ਜਾ ਰਹੇ ਨੇ। ਜਾਂ ਤਾਂ ਉਦੋਂ ਝੂਠ ਬੋਲਦੇ ਸੀ ਜਦੋਂ ਸੀਗੇ, ਉਦੋਂ ਸੰਤ ਜਰਨੈਲ ਸਿੰਘ ਦੇ ਵਾਰਸ ਨਹੀਂ ਸੀਗੇ। ਉਦੋਂ ਵੀ ਹੋ ਸਕਦਾ ਉਹ ਕਿਸੇ ਏਜੰਸੀਆਂ ਦੇ ਬੰਦੇ ਹੋਣ ਜਾਂ ਕਿਸੇ ਏਜੰਡੇ 'ਤੇ ਆਏ ਹੋਣ, ਅਤੇ ਅੱਜ ਜਾਂ ਫਿਰ ਅੱਜ ਹੈ
ਦੋਨਾਂ ਤੇ ਦੋਨੇ ਗੱਲਾਂ ਸੱਚੀਆਂ ਨਹੀਂ ਹੋ ਸਕਦੀਆਂ। ਉਹ ਜਿਹੜੀ ਉਹਨਾਂ ਦੇ ਜਾਣਾ ਹੈਗਾ ਆ ਇਹ, ਪਰ ਦੂਸਰੇ ਪਾਸੇ ਉਹ ਕੀ ਕਰਨ, ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ, ਉਹਨੇ ਵੀ ਕੋਈ ਸਿੱਖਾਂ ਨਾਲ ਜਾਂ ਪੰਜਾਬੀਅਤ ਨਾਲ ਵਫਾਦਾਰੀ ਨਹੀਂ ਪਾਲੀ। ਉਹਨਾਂ ਨੇ ਬੈਕਡੋਰ, ਉਹ ਜਿਹੜਾ ਸਾਰਾ ਕੁਝ ਹੋਇਆ ਸੀ 84 ਤੱਕ ਸਿੱਖਾਂ ਨਾਲ ਜੋ ਹੋਇਆ ਸੀ, ਉਹਨੂੰ ਪੋਲੀਟੀਕਲੀ ਕੈਸ਼ ਕਰਨ ਦਾ ਕੋਸ਼ਿਸ਼ ਕੀਤੀ। ਔਰ ਸਿੱਖਾਂ ਦੀ ਜਿਹੜੀ ਬੇਇਨਸਾਫੀ ਹੋਈ ਹੈ ਸਿੱਖਾਂ ਨਾਲ, ਉਹਦੇ ਵਿੱਚ ਮੁੱਖ ਜਿਹੜੀ ਭਾਗੀਦਾਰੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਨਿਭਾਈ ਹੈ। ਉਹਨਾਂ ਨੇ ਆਪਣੀ ਯਾਰੀ ਹੈ, ਜਿਹੜੀ ਆਪਣੀ ਦੋਸਤੀ ਆ, ਉਹ ਦਿੱਲੀ ਦਰਬਾਰ ਨਾਲ ਨਿਭਾਈ ਹੈ। ਸੋ ਉਹਦੇ ਵਿੱਚ ਜਦੋਂ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਸਾਰੋਕਾਰ, ਸਿੱਖ ਸਾਰੋਕਾਰ ਖਤਮ ਹੋ ਗਏ, ਅਤੇ ਉਹਨਾਂ ਨੂੰ ਅੱਜ ਇੱਕ ਪੋਲੀਟੀਕਲ ਪਾਰਟੀ ਦੇ ਨਾਤੇ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਤੇ BJP ਦੇ ਵਿੱਚ ਕੋਈ ਖਾਸ ਫਰਕ ਨਹੀਂ ਨਜ਼ਰ ਆ ਰਿਹਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 10 ਸਾਲਾਂ ਦਾ ਜਿਹੜਾ ਇਤਿਹਾਸ ਹੈ ਉਹ ਰਾਸ਼ਟਰਵਾਦੀ ਪਾਲਿਸੀਆਂ ਤੇ ਏਜੰਡੇ ਤੇ ਕੰਮ ਕੀਤਾ ਆ। ਉਹ ਐਜ ਏ ਖੇਤਰੀ ਪਾਰਟੀ ਕੰਮ ਕਰਦੇ, ਇਸੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ। ਉਹ ਤਾਂ ਛੋਟੇ ਜਿਹੇ ਜਿਹੜੇ ਪੰਜਾਬ ਦੇ ਮੁੱਦੇ ਆ, ਚੰਡੀਗੜ੍ਹ ਦਾ ਮੁੱਦਾ ਸੀਗਾ, ਉੱਥੇ ਨਹੀਂ ਬੋਲੇ ਕਿ 10 ਸਾਲ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੀ ਨਹੀਂ ਕੀਤੀ ਕਦੀ ਕਿਤੇ। ਜਿਹੜੀਆਂ ਸਿੱਖ ਮੰਗਾਂ ਸੀ ਜਿਨ੍ਹਾਂ ਦੇ ਉੱਤੇ ਇਹ ਕਿਹਾ ਜਾਂਦਾ ਕਿ ਲੱਖ ਦੀ ਸ਼ਹੀਦੀ ਹੋ ਗਈ ਜਾਂ ਜਿੰਨੇ ਮਰਜ਼ੀ ਬੰਦੇ ਜਿਹੜੇ ਗਏ ਆ ਸਾਡੀ ਦੁਨੀਆ ਚਲੇ ਗਏ ਆ, ਐਡੀ ਵੱਡੀ ਫਾਈਟ ਲੜੀ ਆ, 10 ਸਾਲ ਇੱਕ ਸੰਘਰਸ਼ ਪੰਜਾਬ ਦੇ ਵਿੱਚ ਲੜਿਆ ਗਿਆ, ਉਹਦਾ ਦਿਨਾਂ ਦਰਕਨਾਰ ਹੋ ਗਏ ਆ। ਉਹਦੇ ਜਿਹੜੀ ਉਹ ਸਿਆਸਤ ਸੀਗੀ, ਦੋ ਕਿਸਮ ਦੀ ਪੰਜਾਬ ਦੇ ਵਿੱਚ ਸਿਆਸਤ ਰਹੀ। ਇੱਕ ਜਿਹੜੀ ਦਿੱਲੀ ਨਾਲ ਡਾਇਰੈਕਟ ਜੁੜੀ ਹੋਈ, ਦੂਜੀ ਜਿਹੜੀ ਦਿੱਲੀ ਦੀਆਂ ਏਜੰਸੀਆਂ ਦੇ ਰਾਹੀਂ, ਜਿਨ੍ਹਾਂ ਨੂੰ ਅਸੀਂ ਪੰਥਕ ਸਾਰੋਕਾਰ ਦੇ ਨਾਲ ਜੋੜ ਸਕਦੇ, ਪੰਥਕ ਧਿਰਾਂ ਕਹਿੰਦੇ ਹਾਂ। ਪੰਥਕ ਧਿਰਾਂ ਦੇ ਵਿੱਚ ਵੀ ਜਿਹੜਾ ਆ ਉਹ ਜਿਹੜੀ ਪਾਲਿਸੀ ਆ, ਉਹ ਜਿਹੜੀ ਏਜੰਸੀਆਂ ਨੇ ਬਣਾਈ, ਫਿੱਟ ਕੀਤੀ ਸੀ, ਉਹੀ ਚੱਲੀ ਆ। ਉਹ ਕਿਸੇ ਪਾਸਿਓਂ ਵੀ ਸਿੱਖ ਸਿਆਸਤ ਜਿਹੜੀ ਆ ਸਿੱਖਾਂ ਨੂੰ ਕੋਈ ਇਨਸਾਫ ਦਿਵਾਉਣ ਵਿੱਚ, ਪੋਲੀਟੀਕਲੀ ਉਹਨਾਂ ਨੂੰ ਪਾਵਰ ਦੇ ਵਿੱਚ ਕੋਈ ਹਿੱਸੇਦਾਰੀ ਨਹੀਂ ਨਿਭਾ ਸਕੀ। ਹੁਣ ਸਿਰਫ ਅਜੇ ਅਸੀਂ ਕਹੀਏ ਅਕਾਲੀ ਦਲ ਬਾਦਲ ਦੇ ਕੋਲ ਜੇ 10 ਸਾਲ ਸਰਕਾਰ ਰਹੀ ਹੈ, ਤਾਂ ਅਕਾਲੀ ਦਲ ਕੋਲ ਨਹੀਂ ਰਹੀ, ਉਹ ਪਰਿਵਾਰ ਕੋਲ ਹੀ ਰਹੀ ਹੈ। ਅਤੇ ਉਹ ਐਜ ਏ ਸ਼੍ਰੋਮਣੀ ਅਕਾਲੀ ਦਲ ਨਹੀਂ, ਐਜ ਏ ਬਾਦਲ ਪਰਿਵਾਰ ਰਹੀ ਆ। ਅਤੇ ਪਰਿਵਾਰਾਂ ਵਿੱਚ ਤਾਂ ਫਿਰ ਉਹ ਕੋਈ ਸੌਦੇਬਾਜ਼ੀ ਹੋ ਜਾਂਦੀ ਆ, ਉਹ ਹੋਈ ਹੈ ਸਾਡੇ ਸਾਹਮਣੇ ਆ। ਉਹ ਪੰਥਕ ਸਰਕਾਰ ਹੈ ਜਿਹੜੀ, ਉਹ ਕੁਛ ਵੀ ਨਹੀਂ ਕਰ ਸਕੀ ਸਿੱਖਾਂ ਦੇ ਹੱਕ ਵਿੱਚ। ਅਤੇ ਅੱਜ ਉਹਨਾਂ ਨੂੰ ਹੀ ਲੱਗਦਾ ਕਿ ਸਾਡੀ ਹੁਣ ਜ਼ਮੀਨ ਖਤਮ ਹੋ ਗਈ ਹੈ, ਅਤੇ ਉਹ ਜਿਹੜੇ ਆ ਮੁੱਦੇ ਲੈ ਕੇ ਆ ਰਹੇ ਆ। ਦੂਸਰੇ ਪਾਸੇ ਆ ਜਿਹੜੀ ਮਨੁੱਖੀ ਕਿਰਦਾਰ ਦੀ ਗਿਰਾਵਟ ਹੈ, ਉਹਦਾ ਸ਼ਿਕਾਰ ਹੋ ਗਏ ਆ ਜਿਹੜੇ ਸੋ ਕਾਲਡ ਕਦੀ ਖਾੜਕੂ ਰਹੇ ਸੀ, ਜਿਹੜੇ ਸੰਤ ਜਰਨੈਲ ਸਿੰਘ ਦੇ ਵਾਰਸ ਆਪਣੇ ਆਪ ਨੂੰ ਕਹਾਉਂਦੇ ਸੀਗੇ। ਕਿਉਂਕਿ ਦੋ ਕਿਸਮ ਦੇ ਇੱਥੇ ਵੀ ਕੁਝ ਜਿਹੜੇ ਵਾਰਸ ਨੇ, ਸੰਤ ਜਰਨੈਲ ਸਿੰਘ ਦੇ ਵਾਰਸ ਕਹਾਉਣ ਵਾਲੇ ਲੋਕ ਨੇ, ਉਹ ਬਾਦਲ ਦੀ ਗੋਦੀ 'ਚ ਬੈਠੇ ਆ, ਉਹ ਵੀ ਹੈਗੇ ਆ। ਦੂਜੇ ਜਿਹੜੇ ਆ ਉਹਨਾਂ ਨੂੰ ਜਿਹੜੇ ਬਚ ਗਏ ਆ ਉਹ BJP ਕੋਲ ਚਲੇ ਗਏ ਆ। ਕੁਝ ਵਾਰਸ ਹੈ ਜਿਹੜੇ ਅੱਜ ਕਾਂਗਰਸ ਦੀ ਸਰਕਾਰ 'ਚ ਵੀ ਜੇ ਮਤਲਬ ਉੱਥੇ ਵੀ ਸੱਤਾ ਦਾ ਆਨੰਦ ਭੋਗ ਰਹੇ ਆ। ਉਹਦੇ 'ਚ ਮਤਲਬ ਹੈਗੇ ਆ ਤਰਨਤਾਰਨ ਦੇ ਇਲਾਕੇ ਦੇ ਲੋਕ ਜਿਹੜੇ ਫੈਡਰੇਸ਼ਨ ਦੇ ਉਸ ਟਾਈਮ ਬਹੁਤ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੀਡਰ ਸੀਗੇ, ਉਹ ਕਾਂਗਰਸ 'ਚ ਵੀ ਬੈਠੇ ਆ। ਸੋ ਜਿਹਨੇ ਸੱਤਾ ਲੈਣੀ ਆ ਉਹਨੂੰ ਕੋਈ ਫਰਕ ਨਹੀਂ, ਉਹ ਤਾਂ ਸੱਤਾ ਲਏਗਾ, ਉਹਨੂੰ ਨਹੀਂ ਮਤਲਬ BJP ਨਾਲ, ਉਹਨੂੰ ਮਤਲਬ ਨਹੀਂ ਹੈਗਾ ਅਕਾਲੀ ਦਲ ਨਾਲ, ਉਹਨੂੰ ਕਾਂਗਰਸ ਨਾਲ ਮਤਲਬ। ਐਕਚੁਅਲੀ ਜਿਹੜਾ ਅੰਦਰ ਸੱਚਾਈ ਹੈ, ਜ਼ਮੀਨੀ ਹਕੀਕਤ ਹੈ ਕਿ ਉਹ ਸਾਰੀ ਜਿਹੜੀ ਹੈ ਪੋਲੀਟੀਕਲ ਪਾਰਟੀਆਂ ਸਾਰੀਆਂ ਹੀ ਸੇਮ ਦੀਆਂ ਨੇ, ਇੱਕੋ ਹੀ ਪਾਲਿਸੀ ਆ ਉਹਨਾਂ ਦੀ, ਅਤੇ ਉਹ ਹੈਗੀ ਆ ਲੋਕਾਂ ਨੂੰ ਕਿਵੇਂ ਲੋਕਾਂ ਦਾ ਖੂਨ ਨਿਚੋੜਨਾ, ਕਿਵੇਂ ਲੋਕਾਂ ਦਾ ਖੂਨ ਪੀਣਾ ਆ, ਅਤੇ ਆਪਣੇ ਜਿਹੜੇ ਆ ਲੁੱਟਮਾਰ ਕਿਵੇਂ ਕਰਨੀ ਆ। ਅਤੇ ਉਹਦੇ ਵਿੱਚ ਕੀ ਫਰਕ ਹੈ ਕਿ ਜਿਹਨੇ ਲੁੱਟਮਾਰ ਕਰਨੀ ਆ ਉਹ BJP 'ਚ ਜਾ ਕੇ ਕਰੇ ਜਾਂ ਅਕਾਲੀ ਦਲ 'ਚ ਕਰੇ ਜਾਂ ਕਾਂਗਰਸ 'ਚ ਕਰੇ, ਕੋਈ ਫਰਕ ਨਹੀਂ। ਲੋਕਾਂ ਦੀ ਗੱਲ ਤਾਂ ਇੱਥੇ ਹੋਣੀ ਨਹੀਂ। ਯਾਨੀ ਕਿ ਜਿਹੜਾ BJP ਦਾ ਏਜੰਡਾ ਹੈ ਧਰਮ ਤੇ ਧਰਮ ਦੇ ਨਾਮ ਤੇ ਜਿਹੜਾ ਵੋਟਾਂ ਬਟੋਰਨਾ, ਜਾਤੀ ਦੇ ਨਾਮ ਤੇ ਵੋਟਾਂ ਬਟੋਰਨਾ, ਉਹ ਕਿਤੇ ਨਾ ਕਿਤੇ ਲੱਗਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਵੀ ਕੰਮ ਕਰ ਸਕਦੇ ਜਿਸ ਤਰੀਕੇ ਦੇ ਨਾਲ ਸਿੱਖ ਚਿੰਤਕ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ। ਬਿਲਕੁਲ ਹੀ ਪੰਜਾਬ ਦੇ ਵਿੱਚ ਸ਼੍ਰੋਮਣੀ ਜਿਹੜਾ ਸਾਡੀ BJP ਆ, ਉਹਦੇ 'ਤੇ ਇੱਕ ਵੱਡਾ ਇਲਜ਼ਾਮ ਲੱਗਦਾ ਕਿ ਉਹ ਮਿਨਾਰਟੀ ਨੂੰ ਟੋਲਰੇਟ ਨਹੀਂ ਕਰਦੀ। ਕਿਉਂਕਿ ਜਿਸ ਤਰੀਕੇ ਨਾਲ ਮੁਸਲਮਾਨ ਵੱਡੀ ਗਿਣਤੀ 'ਚ ਨੇ ਅਤੇ ਉਸ ਤੋਂ ਬਾਅਦ ਸਿੱਖ ਨੇ, ਅਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗ ਸਕਦੇ ਜਿੰਨਾ ਚਿਰ ਉਹਨਾਂ ਕੋਲ ਸਿੱਖ ਚਿਹਰੇ ਨਹੀਂ ਗਏ। ਉਹਦੇ ਵਿੱਚ ਉਹਨਾਂ ਨੇ ਪਹਿਲਾਂ ਕਾਮਯਾਬੀ ਹਾਸਲ ਕੀਤੀ ਨਵਜੋਤ ਸਿੱਧੂ ਨੂੰ ਪੋਲੀਟਿਕਸ ਜੋੜ ਕੇ, ਉਹਦੇ ਉਹਨਾਂ ਨੂੰ ਜਿੰਨਾ ਚਿਰ ਬੈਨੀਫਿਟ ਮਿਲਿਆ ਉਹਨੂੰ ਵਰਤਿਆ। ਅਤੇ ਉਸ ਤੋਂ ਬਾਅਦ ਵੀ ਹੁਣ ਤੁਸੀਂ ਜਿਹੜੇ ਆ ਇਕਬਾਲ ਸਿੰਘ ਲਾਲਪੁਰਾ ਨੇ, ਹੋਰ ਕਈ ਬੰਦੇ ਆ ਜਿਹੜੇ ਉਹਨਾਂ ਨੇ ਸਰਗਰਮ ਕੀਤੇ ਆ, ਹਰਜੀਤ ਗਰੇਵਾਲ ਤੋਂ ਲੈ ਕੇ ਸਾਰੇ ਬੰਦੇ ਆ। ਲੇਕਿਨ ਹੁਣ ਉਹਨਾਂ ਨੂੰ ਲੱਗਦਾ ਕਿ ਅਸੀਂ ਜਿਹੜਾ ਸਾਡੇ 'ਤੇ ਇੱਕ ਸਿੱਖ ਦੁਸ਼ਮਣ ਹੋਣ ਦਾ ਇਲਜ਼ਾਮ ਲੱਗਦਾ ਹੈ, ਅਤੇ ਜਦੋਂ ਅਸੀਂ ਗਰਮ ਖਿਆਲੀ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਾਂਗੇ ਤਾਂ ਸਾਡਾ ਜਿਹੜਾ ਆਧਾਰ ਬਣੇਗਾ। ਦੂਜੀ ਗੱਲ, ਉਹ ਲੜਾਈ ਉਹ ਲੜਨਗੇ।
ਹੁਣ ਪੰਜਾਬੀਆਂ ਨਾਲ ਲੜਾਈ ਦਿੱਲੀ 'ਚ ਬੈਠੀ ਬੀਜੇਪੀ ਨੂੰ ਲੜਨ ਦੀ ਲੋੜ ਨਹੀਂ ਹੈ, ਜਾਂ ਉਹਨਾਂ ਦਾ ਜਿਹੜਾ ਅਰਬਨ ਕੇਡਰ ਹੈ ਪੰਜਾਬ ਦੇ ਵਿੱਚ, ਜਿਹੜਾ ਵੱਡਾ ਕੇਡਰ ਹੈ ਬੀਜੇਪੀ ਦਾ ਅਰਬਨ ਕੇਡਰ ਹੈ। ਅਰਬਨ ਕੇਡਰ ਹੈ ਜਿਹੜਾ ਉਹ ਤੇ ਜਵਾਬ ਦੇ ਗਿਆ ਪਿੱਛੇ ਉਹਨਾਂ ਨੇ, ਜਿਸ ਤਰ੍ਹਾਂ ਅਨਿਲ ਜੋਸ਼ੀ ਦਾ ਬਿਆਨ ਆਇਆ ਕਿ ਸਾਡੇ ਵਰਕਰਾਂ ਦੇ ਉੱਤੇ ਇਹ ਹੋ ਰਿਹਾ, ਉਹਨੂੰ ਫੇਸ ਕਰਨਾ ਪੈ ਰਿਹਾ। ਅਤੇ ਜਦੋਂ ਪੇਂਡੂ ਆਧਾਰ ਵਾਲੇ ਬੰਦਿਆਂ ਨੂੰ ਲੈ ਕੇ ਆਉਣਗੇ, ਸਿੱਖਾਂ ਨੂੰ ਲੈ ਕੇ ਆਉਣਗੇ, ਅਤੇ ਉਹ ਸਿੱਖਾਂ ਨੂੰ ਔਖਾ ਹੋ ਜਾਊਗਾ ਉਹਨਾਂ ਦੇ ਨਾਲ ਉਹਨਾਂ ਦਾ ਟਾਕਰਾ ਕਰਨਾ। ਇਸ ਕਰਕੇ ਉਹ ਆਪਣੀ ਰਾਜਨੀਤਿਕ ਜ਼ਰੂਰਤ 'ਚੋਂ ਲੈ ਕੇ ਆ ਰਹੇ ਆ, ਅਤੇ ਉਹਦੇ ਵਿੱਚੋਂ ਹੀ ਉਹ ਜਿਹੜਾ ਦਲਿਤ ਸਿੱਖ ਨੂੰ ਇਕੱਠਾ ਕਰ ਰਹੇ ਆ। ਇਹ ਜਿਹੜੀਆਂ ਪ੍ਰੋਬਲਮ ਹੈਗੀਆਂ ਪੰਜਾਬ ਦੀ ਧਰਤੀ 'ਤੇ, ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਪ੍ਰੋਬਲਮ ਹੈਗੀਆਂ ਨੇ, ਤਾਂ ਉਹ ਜਿਹੜੀ ਦੁੱਖ ਦੀ ਰਗ ਹੈਗੀ ਆ, ਬੀਜੇਪੀ ਉੱਧਰ ਨੂੰ ਵੱਧ ਰਹੀ ਹੈ। ਇਹਦੇ ਰਿਜ਼ਲਟ ਆਉਣ ਵਾਲਾ ਸਮਾਂ ਦੱਸੇਗਾ। ਇਹ ਪੰਜਾਬ ਦੇ ਵਿੱਚ ਜਿਹੜੀ ਹੈ ਇਹ ਇਸ ਤਰ੍ਹਾਂ ਦੀ ਖੇਡ ਹੈ, ਕਈ ਵਾਰੀ ਬਹੁਤ ਪੁੱਠੀ ਪੈ ਜਾਂਦੀ ਹੈ, ਕਿਉਂਕਿ ਕਾਂਗਰਸ ਨੇ ਵੀ ਪਹਿਲਾਂ ਇਹ ਖੇਡ ਖੇਡੀ ਸੀਗੀ। ਦਰਬਾਰਾ ਸਿੰਘ ਅਤੇ ਗਿਆਨੀ ਜੈਲ ਸਿੰਘ ਦੇ ਜਿਹੜੇ ਨਿੱਜੀ ਮਤਭੇਦ ਸੀਗੇ, ਉਹਨਾਂ ਦਾ ਪੰਜਾਬ ਨੂੰ ਬੜਾ ਖਮਿਆਜਾ ਭੁਗਤਣਾ ਪਿਆ ਆ। ਸੋ ਬੀਜੇਪੀ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇੱਕ ਸਟੇਟ ਦੀ ਜਿਹੜੀ ਸੱਤਾ ਹੈ ਜੇ ਨਹੀਂ ਵੀ ਆਊਗੀ, ਪਰ ਉਹਦੇ ਵਾਸਤੇ ਜਿਹਨੂੰ ਉਹ ਕਹਿੰਦੀ, ਸਾਡੇ ਵਾਸਤੇ ਤਾਂ ਨਹੀਂ, ਉਹ ਕਹਿੰਦੀ ਰਾਸ਼ਟਰ ਹਿੱਤ ਸਾਡੇ ਵਾਸਤੇ ਪਹਿਲਾਂ ਨੇ, ਅਤੇ ਜਿਹੜੇ ਰਾਸ਼ਟਰ ਹਿੱਤ ਨੇ ਉਹ ਅੱਜ ਦੇ ਉਹ ਪੰਜਾਬ ਦੇ ਵਿੱਚ ਕੋਈ ਜਿਹੜੀ ਹਾਲਾਤ ਨੇ ਉਹਨਾਂ ਦੀ ਗੜਬੜ ਟੋਲਰੇਟ ਨਹੀਂ ਕਰ ਸਕਦੇ। ਪੰਜਾਬ ਦੇ ਹਾਲਾਤ ਜ਼ਰੂਰੀ ਹੈ, ਦੇਸ਼ ਨੂੰ ਪਹਿਲਾਂ ਹੰਢਾਇਆ, ਔਰ ਦੇਸ਼ ਨੇ ਵੀ ਹੰਢਾਇਆ, ਇਕੱਲੇ ਪੰਜਾਬ ਨੇ ਹੰਢਾਇਆ, ਦੇਸ਼ ਨੂੰ ਵੀ ਹੰਢਾਉਣਾ ਪਿਆ ਆ। ਅਤੇ ਇਸ ਕਰਕੇ ਜਿਸ ਤਰ੍ਹਾਂ ਦਾ ਇੰਟਰਨੈਸ਼ਨਲ ਮਾਹੌਲ ਹੈ, ਜਿਸ ਤਰ੍ਹਾਂ ਸਾਡੀ ਇੱਕ ਦੁਨੀਆ ਦੇ ਉੱਤੇ ਸਥਿਤੀ ਬਣੀ ਹੋਈ ਅੱਜ, ਅਸੀਂ ਜਿਵੇਂ ਦੀਆਂ ਪ੍ਰੋਬਲਮ ਨਾਲ ਫੇਸ ਕਰ ਰਿਹਾ ਇੰਡੀਆ, ਅਤੇ ਉਹ ਕੋਈ ਵੱਡੀ ਲੜਾਈ ਲੜਨ ਦੇ ਸਮਰੱਥ ਨਹੀਂ ਹੈਗਾ, ਅਤੇ ਉਹਨੂੰ ਨਵੀਂ ਪ੍ਰੀਖਿਆ ਵਿੱਚ ਨਹੀਂ ਪੈਣਾ ਚਾਹੀਦਾ। ਮੇਰੀ ਬੀਜੇਪੀ ਦੇ ਜਿਹੜੀ ਹਾਈ ਕਮਾਂਡ ਉਹਨੂੰ ਵੀ ਬੇਨਤੀ ਹੈ ਤੁਹਾਡੇ ਲਈ। ਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਰਹੀ ਹੈ, ਬਹੁਤ ਵੱਡੀ ਸੰਸਥਾ ਹੈ ਸਾਡੇ ਧਰਮ ਦੀ, ਕਿਉਂਕਿ ਮੈਂ ਵੀ ਸਿੱਖ ਧਰਮ ਤੋਂ ਬਿਲੋਂਗ ਕਰਦੀ ਹਾਂ, ਤੁਸੀਂ ਵੀ ਸਿੱਖ ਚਿੰਤਕ ਹੋ, ਔਰ ਸਾਡੇ ਲਈ ਇਹ ਸੰਸਥਾ ਬੜੀ ਮਾਣਮੱਤੀ ਸੰਸਥਾ ਹੈ। ਪਰ ਇਸ ਸੰਸਥਾ ਦੇ ਵਿੱਚ ਜਿਸ ਤਰੀਕੇ ਦੇ ਹੁਣ ਕੰਮ ਹੋ ਰਹੇ ਨੇ, ਜਿਸ ਤਰੀਕੇ ਦੇ ਕਾਰਜ ਹੋ ਰਹੇ ਨੇ, ਉਹ ਬੇਹੱਦ ਪਰੇਸ਼ਾਨ ਕਰਨ ਵਾਲੇ ਵੀ ਨੇ, ਸਵਾਲੀਆ ਚਿੰਨ੍ਹ ਵੀ ਲੱਗਦੇ ਨੇ ਲਗਾਤਾਰ। ਇਹ ਪਿਛਲੇ ਲੰਬੇ ਸਮੇਂ ਤੋਂ ਪਾਵਨ ਸਰੂਪਾਂ ਦਾ ਗਬਨ ਮਾਮਲਾ ਹੋਵੇ, ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਵਾਲ SGPC ਦੇ ਖੜੇ ਹੋਏ ਨੇ, ਸਾਰਾਗੜ੍ਹੀ ਸਰਾਂ ਦਾ ਮਾਮਲਾ ਹੋਵੇ, ਔਰ ਲੰਘੇ ਦਿਨੀ ਜੈਤੋਂ ਦੇ ਗੁਰਦੁਆਰਾ ਗੰਗਸਰ ਸਾਹਿਬ ਦੇ ਵਿੱਚ ਜਿਹੜੀ ਸ਼ਰਮਨਾਕ ਘਟਨਾ ਹੋਈ ਹੈ, ਜਿਸ ਤਰ੍ਹਾਂ ਇਤਰਾਜ਼ਯੋਗ ਸਮੱਗਰੀ ਖੂਹ ਦੇ ਵਿੱਚੋਂ ਬਰਾਮਦ ਹੋਈ ਹੈ, ਮਾਂ, ਸ਼ਰਾਬ ਔਰ ਅਸ਼ਲੀਲ ਜਿਹੜੀਆਂ ਵਸਤੂਆਂ ਉਸ ਪਵਿੱਤਰ ਖੂਹ ਦੇ ਵਿੱਚੋਂ ਬਰਾਮਦ ਹੋਈਆਂ ਨੇ, ਸ਼ਰਮਸਾਰ ਕਰ ਦੇਣ ਵਾਲੀਆਂ ਨੇ। SGPC ਦੇ ਨੁਮਾਇੰਦਿਆਂ ਵੱਲੋਂ ਹੀ ਇਸ ਘਟਨਾਵਾਂ ਨੂੰ ਜਿਹੜਾ ਅੰਜਾਮ ਹੈ ਦਿੱਤਾ ਗਿਆ। ਇਹ ਜੀ ਇੱਕ ਅਸੀਂ ਨਾ ਵਰਤਾਰੇ ਨੂੰ ਦੇਖਣਾ ਚਾਹੀਦਾ ਹੈ। ਇਹ ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਸਾਖੀਆਂ 'ਚ ਹੈ ਕਿ ਜਿਹੜਾ ਇਹ ਪੂਜਾ ਦਾ ਧਾਨ ਹੁੰਦਾ ਆ, ਜਿਹੜਾ ਇਹ ਹੁੰਦਾ ਆ, ਜਦੋਂ ਇਹਦੇ ਉੱਤੇ ਕੋਈ ਧਾਰਮਿਕ ਬਿਰਤੀ ਵਾਲੇ ਬੰਦੇ ਨਹੀਂ ਰਹਿੰਦੇ ਜਾਂ ਕੰਟਰੋਲ ਯੋਗ ਬੰਦੇ ਨਹੀਂ ਹੁੰਦੇ, ਤਾਂ ਇਹ ਧਾਨ ਫਿਰ ਆਪਣਾ ਰੂਪ ਦਿਖਾਉਂਦਾ ਆ। ਇਹ ਰੂਪ ਅੱਜ ਹੀ ਨਹੀਂ, ਗੁਰੂ ਸਾਹਿਬ ਵੇਲੇ ਵੀ ਜਿਹੜੇ ਮਸੰਦ ਸੀਗੇ ਉਹ ਕਰਪਟ ਹੋ ਜਾਂਦੇ ਸੀ, ਅਤੇ ਗੁਰੂ ਸਾਹਿਬ ਨੂੰ ਉਹਨਾਂ ਦੇ ਨਾਲ ਮਤਲਬ ਸਖਤੀ ਨਾਲ ਕਈਆਂ ਨੂੰ, ਅਤੇ ਇਹ ਸਾਖੀਆਂ ਹੈਗੀਆਂ ਸਾਡੇ ਸਾਹਮਣੇ ਕਿ ਅੱਗ ਦੇ ਜਿਹੜੇ ਗਰਮ ਤੇਲ ਵਿੱਚ ਪਾ ਕੇ ਤਲੇ ਗਏ, ਇਹ ਵੀ ਕਹਾਣੀਆਂ ਮੇਰੀਆਂ ਚੱਲਦੀਆਂ। ਜਿੱਥੋਂ ਤੱਕ ਗੱਲ ਹੈਗੀ ਆ ਕਿ ਹੁਣ ਸ਼੍ਰੋਮਣੀ ਕਮੇਟੀ ਨੇ ਜਿਹੜਾ ਤੁਸੀਂ ਜਿਹੜੇ ਵਾਕਿਏ ਦੀ ਗੱਲ ਕਰ ਰਹੇ ਹੋ, ਇਹ ਜੈਤੋ ਦੇ ਦੀ ਗੁਰਦੁਆਰੇ ਦੀ ਗੰਗਸਰ ਦੀ ਗੱਲ ਹੈ, ਜਿੱਥੇ ਇਹਦੀ ਜਿਹੜੀ ਦੂਰੀ ਇਤਿਹਾਸਕ ਮਹੱਤਤਾ ਆ। ਇੱਕ ਤਾਂ ਗੁਰੂ ਸਾਹਿਬ ਜੀ ਦਾ ਇਤਿਹਾਸਿਕ ਖੂਹ ਹੈ, ਗੁਰੂ ਸਾਹਿਬ ਜੀ ਨਾਲ ਜੁੜਿਆ ਹੋਇਆ ਉਹ ਸਥਾਨ ਹੈ। ਦੂਜਾ ਹੈਗਾ ਕਿ ਉਹ ਉੱਥੇ ਇੱਕ ਅਕਾਲੀ ਦਲ ਨੇ ਵੱਡਾ ਮੋਰਚਾ ਲਾਇਆ ਸੀਗਾ, ਜਿਹਨੂੰ ਜੈਤੋ ਦਾ ਮੋਰਚਾ ਕਹਿੰਦਾ, ਉੱਥੇ ਲੜਿਆ ਗਿਆ। ਸੋ ਇਸ ਦੀ ਪਵਿੱਤਰਤਾ ਜਿਹੜੀ ਹੈਗੀ ਆ, ਉਹ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਹੈਗੀ ਆ ਪਾਰਟੀ ਹੈ, ਉਹਨਾਂ ਵਾਸਤੇ ਕੋਈ ਮਹੱਤਤਾ ਨਹੀਂ ਰੱਖਦੀ। ਇਹ ਅੱਜ ਦਾ ਮੈਸੇਜ ਹੈ, 4 ਸਾਲ ਪਹਿਲਾਂ ਵੀ ਇਹੀ ਗੱਲ ਹੋਈ ਆ, ਇਹੀ ਬੰਦੇ ਫੜੇ ਗਏ ਆ, ਇਹੀ ਲੋਕ ਫੜਨ ਵਾਲੇ ਆ। ਉੱਥੇ ਉਹਨਾਂ 'ਤੇ ਵਾਸਤਾ ਪਾਇਆ ਜਾਂਦਾ ਕਿ ਧਰਮ ਦਾ ਵਾਸਤਾ ਤੇ ਕਰਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ, ਅਤੇ ਵੀ ਮੀਡੀਆ 'ਚ ਗੱਲ ਜਾਏਗੀ, ਆਪਾਂ ਇੱਥੇ ਕਰ ਦਾਂਗੇ, ਉਹਨਾਂ ਨੂੰ ਉਹਦੇ 'ਚ ਪਰਦਾਫੋਸ਼ੀ ਕੀਤੀ ਗਈ। ਅਤੇ ਉਹਦਾ ਰਿਜ਼ਲਟ ਇਹ ਹੈ ਕਿ ਉਹ ਬੰਦਿਆਂ ਦਾ ਹੌਸਲਾ ਜ਼ਿਆਦਾ ਵਧਿਆ, ਅਤੇ ਉਹਨਾਂ ਨੂੰ ਲਗਾਤਾਰ ਜਿਹੜੀ ਰਾਜਨੀਤਿਕ ਉਹਨਾਂ ਦੇ ਬੌਸ ਸੀਗੇ, ਉਹਨਾਂ ਤੋਂ ਸਮਰੱਥਾ ਮਿਲਦੀ ਰਹੀ, ਅਤੇ ਉਹਦਾ ਹੀ ਇਹ ਰਿਜ਼ਲਟ ਹੋ ਗਿਆ ਕਿ ਉਹ ਬੰਦੇ ਨੇ ਸੰਗਤਾਂ ਨਾਲ ਜਿਹੜਾ ਆ ਉਹ ਟਾਕਰਾ ਲਿਆ, ਅਤੇ ਸੰਗਤਾਂ ਨੂੰ ਇੱਕ ਰਾਹ ਨਵਾਂ ਦਿਖਾਇਆ। ਮੈਂ ਕਹਿੰਦਾ ਇਹ ਜਿੱਥੇ ਮਾੜੀ ਘਟਨਾ, ਜਿੱਥੇ ਸਾਡੇ ਸ਼ਰਮ ਨਾਲ ਸਿਰ ਝੁਕਦਾ ਆ, ਪਰ ਉਹ ਇੱਕ ਚੰਗੇ ਜਿਹੜਾ ਹਾਲਾਤ ਉਹਨਾਂ ਦਾ ਸੰਕੇਤ ਵੀ ਹੈਗਾ ਕਿ ਅਸੀਂ ਸੁਧਾਰਨਾ ਕਿਵੇਂ ਹੈ, ਗੁਰੂ ਘਰ 'ਤੇ ਜਿਹੜੀਆਂ ਆ ਗਈਆਂ ਗਿਰਾਵਟ ਹੈ, ਇਹਨੂੰ ਕਿਵੇਂ ਨਜਿੱਠਣਾ ਆ, ਉਹਦੇ ਵਾਸਤੇ ਇੱਕ ਨਵਾਂ ਮਾਡਲ ਵੀ ਦਿੱਤਾ ਉਹਨਾਂ ਨੇ। ਜਦੋਂ 3000 ਬੰਦਾ ਉੱਥੇ ਧਰਨਾ ਮਾਰ ਕੇ ਬੈਠ ਜਾਂਦਾ ਆ, ਪਰ ਉਹੀ ਸ਼੍ਰੋਮਣੀ ਕਮੇਟੀ ਜਿਹੜੀ ਉਹਦੀ ਨਾਲ ਖੜੀ ਹੈ, ਜਿਹੜੀ ਉਹਦਾ ਬਚਾਅ ਕਰਨਾ ਚਾਹੁੰਦੀ ਹੈ ਦੋਸ਼ੀਆਂ ਦਾ, ਉਹਦੀ ਮਜਬੂਰੀ ਬਣ ਜਾਂਦੀ ਹੈ ਕਿ ਉਹਨਾਂ ਨੂੰ
ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਉੱਥੇ ਰਿਸੀਵਰ ਲੱਗਦਾ ਹੈ, ਉੱਥੇ 51 ਮੈਂਬਰ ਕਮੇਟੀ ਬਣਦੀ ਹੈ। ਨਹੀਂ, ਇਕੱਲਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਿਹੜਾ 62 ਸੀਗਾ ਉਹੀ ਫੈਸਲੇ ਕਰਦਾ ਸੀਗਾ। ਅਤੇ ਉਹ ਜਿਹੜਾ ਜਿਨ੍ਹਾਂ ਕਮਰਿਆਂ ਦੀ ਤੁਸੀਂ ਗੱਲ ਕਰਦੇ, ਜਿਹੜੀਆਂ ਵਸਤਾਂ ਦੀ ਗੱਲ ਕਰਦੇ, ਉਹ ਸਾਰਾ ਕੁਛ ਜੋ ਉਹਦੇ ਮਰਿਆਦਾ ਦਾ ਘਾਣ ਹੋਇਆ, ਉਹ ਸ਼੍ਰੋਮਣੀ ਕਮੇਟੀ ਦੇ ਜ਼ਿੰਮੇਵਾਰ ਵਿਅਕਤੀ ਉਹਦੇ 'ਚ ਬਰਾਬਰ ਦੇ ਹਿੱਸੇਦਾਰ ਹੈ, ਉਹ ਕਰਾ ਰਹੇ ਆ ਲਗਾਤਾਰ, ਪਿੱਠ 'ਤੇ ਖੜ੍ਹੇ ਆ। ਲੇਕਿਨ ਜਦੋਂ ਸੰਗਤਾਂ ਦੇ ਵਿੱਚ ਰੋਹ ਚਲੇ ਜਾਂਦਾ ਆ, ਆਮ ਲੋਕ ਮਾਸ 'ਤੇ ਗੱਲ ਜਾਂਦੀ ਆ, ਅਤੇ ਉਹ ਕਿਵੇਂ ਕਰਨਾ ਆ? ਇਹ ਅੱਜ ਦੀ ਹਰ ਗੁਰਦੁਆਰਾ ਆ ਜਿਹੜਾ, ਜਿੱਥੇ ਵੀ ਐਵੇਂ ਦੇ ਬਿਰਤੀ ਦੇ ਲੋਕ ਇਕੱਠੇ ਹੋ ਕੇ ਮਰਿਆਦਾ ਦਾ ਘਾਣ ਕਰਨਗੇ, ਉੱਥੇ ਹੀ ਇਹੀ ਮਾਡਲ ਹੋਣਾ ਚਾਹੀਦਾ ਕਿ ਲੋਕ ਇਕੱਠੇ ਹੋ ਕੇ ਪਿੰਡਾਂ 'ਚੋਂ ਆ ਜਾਣ ਅਤੇ ਧਰਨਾ ਮਾਰਨ, ਅਤੇ ਉਹਦਾ ਪ੍ਰਬੰਧ ਵੀ ਜਿਹੜਾ ਲੋਕਾਂ ਦੀ ਚੁਣੀ ਹੋਈ ਜਿਹੜੀ ਆ ਕਮੇਟੀਆਂ ਕਰਨ। ਜਿਵੇਂ ਉੱਥੇ ਆ DC ਨੂੰ ਲਾਸਟ 'ਤੇ ਕੋਈ ਚਿਰਾ ਨਹੀਂ ਰਿਹਾ, ਉਹ ਦੋਸ਼ੀਆਂ ਖਿਲਾਫ ਵੀ 250 ਕਾਰਨ ਵੀ ਪਰਚੇ ਦਰਜ ਹੋਏ ਆ। ਉਹਨਾਂ ਦੀ ਨੁੱਕ ਗੱਲ ਸ਼੍ਰੋਮਣੀ ਕਮੇਟੀ ਨੇ ਦੀ ਮਜਬੂਰੀ ਬਣ ਗਈ ਕਿ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਨੂੰ ਅਤੇ ਇੱਕ ਸੀਨੀਅਰ ਮੈਂਬਰ ਨੂੰ ਲੋਕਾਂ ਦੇ ਵਿੱਚ ਖੜ੍ਹਾ ਕਰਕੇ ਇਕਰਾਰ ਕਰਨਾ ਪਿਆ ਵੀ ਜੇ ਨਾ ਪਰਸੋਂ ਤੱਕ ਕਾਰਵਾਈ ਹੋਈ ਅਤੇ ਮੈਂ ਰਿਜ਼ਾਈਨ ਕਰ ਦੂੰਗਾ। ਲੋਕਾਂ ਦੇ ਵਿੱਚ ਇਕਰਾਰ ਕਰਕੇ ਆਏ ਸੀਗੇ, ਅਤੇ ਉਹਦਾ ਰਿਜ਼ਲਟ ਹੋਇਆ ਕਿ ਕਾਰਵਾਈ ਹੋਈ ਹੈ। ਅਤੇ ਜੇ ਕਿਤੇ ਵੀ ਕਿਸੇ ਵੀ ਗੁਰਦੁਆਰੇ 'ਚ ਇਵੇਂ ਦੀ ਮਾੜੀ ਘਟਨਾ ਵਾਪਰਦੀ ਹੈ, ਚਾਹੇ ਕਿੱਡਾ ਵੀ ਇਹ ਤਗੜਾ ਪੋਲੀਟੀਕਲ ਬੰਦਾ ਹੈਗਾ ਜਾਂ ਉਹ ਪਾਵਰ ਹੈਗੀ ਉਹਦੇ ਪਿੱਠ 'ਤੇ ਹੈ, ਅਤੇ ਉਹ ਲੋਕਾਂ ਨੇ ਕਿਵੇਂ ਉਹਦੇ 'ਚੋਂ ਨਿਕਲਣਾ ਹੈਗਾ ਆ, ਕਿਵੇਂ ਉਹਦਾ ਹੱਲ ਕਰਨਾ, ਉਹਦਾ ਇੱਕ ਵਧੀਆ ਜਿਹੜਾ ਮੈਂ ਕਹਿੰਦਾ ਇੱਕ ਰਸਤਾ ਵੀ ਸਾਨੂੰ ਦੱਸਿਆ ਹੈਗਾ। ਸਰ, ਇੱਕ ਸਵਾਲ ਹੋਰ ਆ ਰਿਹਾ ਮੇਰੇ ਜ਼ਿਹਨ 'ਚ ਕਿ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ ਸਿੱਖ ਧਰਮ ਦੇ ਜਿਹੜੇ ਵੱਡੇ ਫੈਸਲੇ ਨੇ ਉਹ ਕੀਤੇ ਜਾਂਦੇ ਨੇ, ਪਰ ਇਸ ਘਟਨਾ ਤੋਂ ਬਾਅਦ ਜਿਹੜੇ ਅਕਾਲ ਤਖਤ ਦੇ ਹਾਲਾਂਕਿ ਕਾਰਜਕਾਰੀ ਜਥੇਦਾਰ ਨੇ, ਪਰ ਅਕਾਲ ਤਖਤ ਦੀ ਵਾਗਡੋਰ ਉਹਨਾਂ ਦੇ ਹੱਥ 'ਚ ਹੈ, ਔਰ ਜਿੰਨੇ ਸਿੱਖ ਧਰਮ ਦੇ ਫੈਸਲੇ ਨੇ ਉਹ ਕਰਦੇ ਨੇ, ਕਿਸੇ ਨੂੰ ਤਲਬ ਕਰ ਸਕਦੇ ਨੇ, ਕਿਸੇ ਨੂੰ ਅਹੁਦੇ ਤੋਂ ਹਟਾ ਵੀ ਸਕਦੇ ਨੇ, ਕਿਸੇ ਤੋਂ ਜਵਾਬ ਵੀ ਮੰਗ ਸਕਦੇ ਨੇ। ਪਰ ਇਸ ਘਟਨਾ ਤੋਂ ਬਾਅਦ ਉਹਨਾਂ ਦਾ ਇੱਕ ਛੋਟਾ ਜਿਹਾ ਬਿਆਨ ਵੀ ਸਾਹਮਣੇ ਨਹੀਂ ਆਇਆ ਕਿ ਇਹ ਮੰਦਭਾਗੀ ਘਟਨਾ ਹੈ। ਇਹ ਵੇਖੋ ਜੀ, ਇਹ ਹੈਗਾ ਸਾਡਾ ਡੰਮੀ ਜਿਹੜਾ ਹੈਗਾ ਨਾ, ਇਹ ਪ੍ਰਚਾਰ ਕਿ ਅਕਾਲ ਤਖਤ ਦਾ ਜਿਹੜਾ ਜਥੇਦਾਰ ਹੈ ਉਹ ਸਾਡਾ ਕੋਈ ਪੋਪ ਹੈ ਜਾਂ ਬਹੁਤ ਵੱਡਾ ਧਾਰਮਿਕ ਲੀਡਰ ਹੈ, ਇਹ ਗਲਤ ਪ੍ਰਚਾਰਿਆ ਗਿਆ। 1956 ਤੋਂ ਬਾਅਦ ਇਸ ਤਰ੍ਹਾਂ ਪ੍ਰਚਾਰ ਹੋਇਆ ਹੈ। ਉਹਦੇ ਕੋਈ ਸਿੱਖਾਂ ਦਾ ਹੈ ਨਹੀਂ ਗਾ। ਜੇ ਸਿੱਖਾਂ ਦਾ ਐਡਾ ਵੱਡਾ ਉਹ ਧਾਰਮਿਕ ਰਹਿਬਰ ਹੁੰਦਾ ਤਾਂ ਜਿਹੜੀ ਬਰਗਾੜੀ 'ਚ ਘਟਨਾਵਾਂ ਹੋਈਆਂ, ਜਿੱਥੇ ਸਾਰਾ ਪੰਥ ਅਕਾਲੀ ਦਲ ਗਰਾਊਂਡ 'ਤੇ ਚਲਾ ਗਿਆ ਆ, ਉੱਥੇ ਵਾਸਤੇ ਅਕਾਲ ਤਖਤ ਤੋਂ ਕੋਈ ਕਮੇਟੀ ਨਹੀਂ ਬਣੀ, ਕੋਈ ਅਕਾਲ ਤਖਤ ਨੇ ਨਿੰਦਾ ਦਾ ਪ੍ਰਸਤਾਵ ਨਹੀਂ ਪਾਸ ਕੀਤਾ, ਕੋਈ ਉਹਦੀ ਨਹੀਂ ਹੋਈ ਹੈ। ਉਹ ਸਿੱਖ ਭਾਵਨਾ ਅਨੁਸਾਰ ਅਕਾਲ ਤਖਤ ਉਹਨਾਂ ਗੱਲਾਂ ਦੀ ਗੱਲ ਕਰਦਾ ਆ, ਉਹਦੀ ਕਾਰਵਾਈ ਕਰਦਾ ਆ ਜਿਹਦੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੂੰ ਫਾਇਦਾ ਹੁੰਦਾ ਹੋਵੇ। ਇਸ ਘਟਨਾ 'ਚ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੁੰਦਾ ਆ, ਇਸ ਕਰਕੇ ਜਥੇਦਾਰ ਕਿਉਂ ਕਰੇਗਾ? ਜਥੇਦਾਰ ਨਹੀਂ ਕਰੇਗਾ। ਜਥੇਦਾਰ ਕੋਈ ਐਵੇਂ ਦੀ ਕਾਰਵਾਈ ਨਹੀਂ ਕਰੇਗਾ ਜਿਹੜੀ ਉਹਦੇ ਸਿਆਸੀ ਬੌਸ ਨੂੰ ਸ਼ੂਟ ਨਾ ਕਰਦੀ ਹੋਵੇ। ਇਸ ਤਰ੍ਹਾਂ ਜਿਹੜਾ ਹੈਗਾ ਆ ਹਰਪ੍ਰੀਤ ਸਿੰਘ ਨੇ, ਮੈਨੂੰ ਲੱਗਦਾ ਕਰਨਗੇ ਨਹੀਂ, ਕਿਉਂਕਿ ਉਹ ਗੁਰੂ ਦੇ ਸਿੱਖ ਨਹੀਂ ਹੈਗੇ, ਉਹ ਇੱਕ ਪਰਿਵਾਰ ਦੇ ਸਿੱਖ ਨੇ, ਇੱਕ ਪੋਲੀਟੀਕਲ ਵਿਅਕਤੀ ਦੇ ਸਿੱਖ ਨੇ। ਉਹਨਾਂ ਤੋਂ ਉਹਨੂੰ ਉਹ ਜ਼ਿਆਦਾ ਮਹੱਤਤਾ ਦਿੰਦੇ ਆ। ਇਸੇ ਕਰਕੇ ਉਹਨਾਂ ਵਾਸਤੇ ਤਾਂ ਗੰਗਸਰ ਦਾ ਜਿਹੜਾ ਪਵਿੱਤਰ ਸਥਾਨ ਹੈ ਉਹ ਮਹੱਤਵਪੂਰਨ ਨਹੀਂ ਹੈ। ਉਹਨਾਂ ਵਾਸਤੇ ਇੱਕ ਪੋਲੀਟੀਕਲ ਪਾਰਟੀ ਹੈ, ਉਹ ਮਹੱਤਵਪੂਰਨ ਹੈ, ਉਹਦੇ ਫੈਸਲੇ ਕਰਨਗੇ। ਇਹ ਬਹੁਤ ਮੰਦਭਾਗਾ ਆ। ਅਤੇ ਜਿਹੜੀ ਸਾਡੀ ਜਿਹੜੀ ਗੱਲ ਕਰਦੇ ਹਾਂ, ਜਿਹੜੀ ਸ਼ਕਤੀ ਹੈ ਉਹ ਸੰਗਤ ਕੋਲ ਹੈ, ਪੰਥ ਕੋਲ ਹੈ। ਹਮੇਸ਼ਾ ਪੰਥ ਦਾ ਇੱਕ ਸਪੋਕਸਮੈਨ ਹੁੰਦਾ ਆ ਜਿਹੜਾ ਜਥੇਦਾਰ ਹੈ। ਜਥੇਦਾਰ ਅਕਾਲ ਤਖਤ ਕੋਈ ਫੈਸਲਾ ਆਪ ਨਹੀਂ ਕਰਦਾ, ਜੋ ਪੰਥ ਚਾਹੁੰਦਾ ਹੈ ਉਹ ਕਰੇਗਾ। ਅਤੇ ਜੇ ਪੰਥ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਕੋਈ ਅਕਾਲ ਤਖਤ ਦਾ ਜਥੇਦਾਰ ਫੈਸਲਾ ਕਰੇਗਾ ਅਤੇ ਉਹ ਫੈਸਲਾ ਲੋਕਾਂ ਨੇ ਨਹੀਂ ਮੰਨਣਾ। ਜੇ ਜਥੇਦਾਰ ਕਹਿੰਦਾ ਉੱਥੇ ਜਾ ਕੇ ਵੀ ਤੁਸੀਂ ਜਿਹੜਾ ਆ ਘਰ ਚਲੇ ਜਾਓ, ਮੈਂ ਤੁਹਾਨੂੰ ਭਰੋਸਾ ਦਿੰਦਾ ਕਿ ਕਾਰਵਾਈ ਹੋ ਜਾਏਗੀ, ਮੈਨੂੰ ਪੱਕਾ ਯਕੀਨ ਹੈ ਲੋਕਾਂ ਨੇ ਘਰ ਨਹੀਂ ਸੀ ਜਾਣਾ, ਕਿਉਂਕਿ ਲੋਕਾਂ ਨੂੰ ਉਹਦੀ ਭਰੋਸੇਯੋਗਤਾ 'ਤੇ ਸਵਾਲ ਨੇ। ਉਹਨਾਂ ਨੂੰ ਪਤਾ ਹੈ ਕਿ ਬਰਗਾੜੀ 'ਚ ਜਿਹਦੇ ਸਾਰਾ ਪੰਥ ਇੰਨਾ ਪ੍ਰਭਾਵਿਤ ਹੋਇਆ, ਇੰਨਾ ਠੱਗਿਆ ਮਹਿਸੂਸ ਕਰ ਰਿਹਾ ਹੈਗਾ ਆ, ਉਹਦੇ ਬਾਰੇ ਨਾ ਸ਼੍ਰੋਮਣੀ ਅਕਾਲੀ ਦਲ ਨੇ, ਨਾ ਸ਼੍ਰੋਮਣੀ ਕਮੇਟੀ ਨੇ, ਨਾ ਜਥੇਦਾਰ ਨੇ ਇੱਕ ਸ਼ਬਦ ਵੀ ਕਦੀ ਮਾੜਾ ਨਹੀਂ ਕਿਹਾ। ਇਹ ਗੱਲ ਕਰਦੇ ਆ 1984 'ਚ ਕਾਂਗਰਸ ਨੇ ਜਿਹੜੇ ਆ ਬੀੜਾਂ ਦਾ ਨੁਕਸਾਨ ਕੀਤਾ ਆ। ਇਹਨਾਂ ਵਾਸਤੇ ਜਿਹੜੇ 1430 ਪੇਜ ਬਰਗਾੜੀ ਵਾਲੇ ਕੋਈ ਅਰਥ ਨਹੀਂ ਰੱਖਦੇ ਹੈਗੇ। ਜਿਹੜਾ ਨਨਕਾਣਾ ਸਾਹਿਬ ਦੇ ਵਿੱਚ 1921 ਦੀ ਬੀੜ ਹੈ, ਉਹ ਜਿਹੜੀ ਉਹਦੀ ਮਾੜੀ ਹਾਲਤ ਹੈ, ਉਹਦੇ ਬਾਰੇ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ, ਕਿਉਂਕਿ ਉਹਦਾ ਪੋਲੀਟੀਕਲ ਫਾਇਦਾ ਇਹਨਾਂ ਨੂੰ ਨਹੀਂ ਹੁੰਦਾ। ਇਸ ਕਰਕੇ ਇਹ ਜਿਹੜੀ ਹੈ ਆਪਣੀ ਜਿਹੜੀ ਹੈ ਸਿਆਸੀ ਡਰਾਮੇਬਾਜ਼ੀ ਕਰਦੇ ਆ। ਜਥੇਦਾਰ ਸਾਹਿਬ ਉਹਨਾਂ ਦੇ ਇੱਕ ਟੂਲ ਬਣ ਕੇ ਉਹਨਾਂ ਦੇ ਨਾਲ ਲੱਗੇ ਹੋਏ ਆ ਅਤੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਕੰਮ ਨਹੀਂ ਕਰ ਰਹੇ। ਅਤੇ ਉਹਦਾ ਜਿਹੜਾ ਮੈਨੂੰ ਲੱਗਦਾ ਕਿ ਹੁਣ ਪੰਥ ਦੇ ਵਿੱਚ
ਪਹਿਲੀ ਕਾਫੀ ਸਮੇਂ ਤੋਂ ਇਹ ਅਕਾਲ ਤਖਤ ਜਥੇਦਾਰ ਦੀ ਜਿਹੜੀ ਭਰੋਸੇਯੋਗਤਾ ਖਾਤਮੇ ਵੱਲ, ਗਿਰਾਵਟ ਵੱਲ ਜਾ ਰਹੀ ਹੈ, ਉਹਦੇ ਵੱਲ ਇਹ ਨਵਾਂ ਜਿਹੜਾ ਸੀ ਉਹਦੇ ਨਾਲ 'ਚ ਨਵਾਂ ਇੱਕ ਚੈਪਟਰ ਹੋਰ ਜੁੜ ਗਿਆ। ਡਾਕਟਰ ਖੁਸ਼ਹਾਲ, ਇੱਕ ਵਾਰ ਜਾਂਦੇ ਜਾਂਦੇ ਮੈਂ ਇੱਕ ਹੋਰ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਮੁਲਾਜ਼ਮਾਂ ਨੇ SGPC ਦੇ ਮੁਲਾਜ਼ਮਾਂ ਨੇ ਉਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ, ਉਹਨਾਂ ਨੂੰ ਹਾਲਾਂਕਿ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਬੀਬੀ ਜਗੀਰ ਕੌਰ ਦੀ ਸਟੇਟਮੈਂਟ ਖੁਦ ਆਈ ਹੈ ਕਿ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਗਿਆ। 4 ਸਾਲ ਪਹਿਲਾਂ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਇਹੀ ਜਿਹੜੇ ਮੁਲਾਜ਼ਮ ਨੇ SGPC ਦੇ ਸਵਾਲਾਂ ਦੇ ਘੇਰੇ 'ਚ ਆਏ, ਪਹਿਲਾਂ ਵੀ ਇਹੋ ਜਿਹੀ ਹਰਕਤਾਂ ਕਰਦੇ ਫੜੇ ਗਏ, ਤੁਹਾਨੂੰ ਲੱਗਦਾ ਨਹੀਂ ਕਿ ਜੇ 4 ਸਾਲ ਪਹਿਲਾਂ ਕਾਰਵਾਈ ਕੀਤੀ ਹੁੰਦੀ ਹੈ, ਇਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਦੱਬੀਆਂ ਰਹਿ ਗਈਆਂ ਨੇ, ਜੇ ਉਹਨਾਂ 'ਤੇ ਕਾਰਵਾਈ ਕੀਤੀ ਹੁੰਦੀ ਉਸ ਵੇਲੇ, ਤੇ ਅੱਜ ਹਾਲਾਤ ਇੱਥੇ ਤੱਕ ਨਾ ਪਹੁੰਚਦੇ? ਬਿਲਕੁਲ ਜੀ, ਮੈਨੂੰ ਇਹ ਤਾਂ ਲੱਗਦਾ ਕਿ ਉਹ 2 ਜਾਂ 4 ਮੁਲਾਜ਼ਮਾਂ ਦੀ ਗੱਲ ਨਹੀਂ ਹੈ। ਅੱਜ ਤੱਕ ਬਹੁਤ ਵੱਡੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਉੱਤੇ ਇਵੇਂ ਦੇ ਇਲਜ਼ਾਮ ਲੱਗਦੇ ਰਹੇ ਨੇ, ਅਤੇ ਬਹੁਤ ਸਾਰੇ ਗੁਰਦੁਆਰਿਆਂ ਦੇ ਮੈਨੇਜਰ ਇਵੇਂ ਦੇ ਇਲਜ਼ਾਮ ਦਾ ਫੇਸ ਕਰ ਰਹੇ ਹੈਗੇ ਆ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਉੱਤੇ ਪਰਦਾਫਾਸ਼ੀ ਦਾ ਜਿਹੜਾ ਰੋਲ ਨਿਭਾਉਂਦੀ ਹੈ। ਦੋਸ਼ੀਆਂ ਨੂੰ ਸਜ਼ਾ ਤਾਂ ਹੀ ਮਿਲਦੀ ਹੈ ਜੇ ਉਹਨਾਂ ਦੇ ਪੋਲੀਟੀਕਲ ਬੌਸ ਨਾਲ ਉਹਨਾਂ ਦੀ ਬਣਦੀ ਹੈ। ਵਿਰੋਧੀ ਧਿਰ ਦੇ ਹੋਣਗੇ ਫਿਰ ਸਜ਼ਾ ਮਿਲੇਗੀ, ਜੇਕਰ ਉਹ ਸੱਤਾਧਾਰੀ ਪਾਰਟੀ ਦੇ ਨਾਲ ਨੇ ਤਾਂ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੇਗੀ। ਇਸੇ ਕਰਕੇ ਇਹ ਸਾਡਾ ਦੁਖਾਂਤ ਹੈ, ਸਿੱਖ ਪੰਥ ਦਾ ਦੁਖਾਂਤ ਹੈ ਕਿ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਮਹੰਤਾਂ ਦੀ ਜਿਹੜੀ ਹੈਗੀ ਹੈ ਪਰੰਪਰਾ ਦੇ ਉੱਤੇ ਚੱਲ ਰਹੀ ਹੈ, ਅਤੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਫਿਨੋਮਨੇ ਨੂੰ ਅੱਗੇ ਕੰਟੀਨਿਊ ਕਰ ਰਹੀ ਹੈ। ਨਹੀਂ ਤਾਂ ਆਮ ਸਿੱਖ ਹੈ ਜਿਹੜਾ, ਉਹਦਾ ਜੇ ਹਿਰਦਾ ਵਲੂੰਦਰਿਆ ਜਾਂਦਾ, ਉਹਨੂੰ ਤਕਲੀਫ ਹੁੰਦੀ ਹੈ, ਤਾਂ ਇਹ ਵੀ ਤਾਂ ਸਿੱਖ ਹੀ ਨੇ, ਇਹਨਾਂ ਨੂੰ ਕਿਉਂ ਨਹੀਂ ਹੁੰਦੀ? ਇਹ ਸਾਡੇ ਸਾਹਮਣੇ ਬੜਾ ਸਵਾਲ ਹੈ। ਪਰ ਗੁਰੂ ਸਾਹਿਬ ਜੀ ਅੱਗੇ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਇਹਨਾਂ ਨੂੰ ਸਮੱਤ ਬਖਸ਼ੇ, ਕਿਉਂਕਿ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਦਲ ਹਾਲੇ ਕੋਈ ਨਹੀਂ। ਅਸੀਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਕੰਮ ਤੋਂ ਸੰਤੁਸ਼ਟ ਨਹੀਂ ਹੈਗੇ, ਪਰ ਇਹਦਾ ਬਦਲ ਹਾਲੇ ਫਿਲਹਾਲ ਕੋਈ ਨਹੀਂ ਗਾ। ਕਿ ਇਹਨੂੰ ਤੋੜ ਕੇ ਜਿਹੜੇ ਨਿੱਜੀ ਤੌਰ 'ਤੇ ਡੇਰੇ ਚਲਾਏ ਜਾ ਰਹੇ ਆ, ਉਹਨਾਂ 'ਚ ਐਦੋਂ ਵੱਧ ਮਾੜੀਆਂ ਘਟਨਾਵਾਂ ਹੋ ਰਹੀਆਂ ਨੇ ਲਗਾਤਾਰ, ਜਿੱਥੇ ਵਿਅਕਤੀਆਂ ਦਾ ਪ੍ਰਬੰਧ ਹੈਗਾ। ਸੋ ਇਸ ਕਰਕੇ ਅਸੀਂ ਨਹੀਂ ਚਾਹੁੰਦੇ, ਇਹ ਭਾਵੇਂ ਇਹਦੇ ਵਿੱਚ ਬਹੁਤ ਤਰੁੱਟੀਆਂ ਹੈਗੀਆਂ ਨੇ, ਪਰ ਅਸੀਂ ਕਹਿੰਦੇ ਹਾਂ ਕਿ ਇਹਨੂੰ ਬਦਲਣ ਵਾਸਤੇ ਇਹਦਾ ਹੱਲ ਕੀਤਾ ਜਾ ਸਕਦਾ, ਇਹਨੂੰ ਠੀਕ ਕਰਨ ਵਾਲੇ ਰਾਹ ਪੈਣਾ ਚਾਹੀਦਾ। ਅਤੇ ਜਿੰਨਾ ਚਿਰ ਸਾਡੇ ਕੋਲ ਹੋਰ ਕੋਈ ਪ੍ਰਬੰਧ ਨਹੀਂ ਹੈਗਾ, ਕੋਈ ਅਲਟਰਨੇਟਿਵ ਨਹੀਂ ਹੈਗਾ, ਉਹਨਾਂ ਚਿਰ ਸਾਨੂੰ ਇਹਦੇ ਵਿੱਚ ਜਿਹੜੀਆਂ ਇਹਦੀਆਂ ਕਮੀਆਂ ਨੇ ਇਹਨੂੰ ਦਰੁਸਤ ਕਰਕੇ ਅੱਗੇ ਲੈ ਕੇ ਜਾਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਡੇ ਨਾਲ ਜੁੜਨ ਲਈ। ਇਸ ਸਾਡੇ ਨਾਲ ਡਾਕਟਰ ਖੁਸ਼ਹਾਲ ਸਿੰਘ, ਜਿਨ੍ਹਾਂ ਦੇ ਨਾਲ ਅਸੀਂ ਸਿੱਖ ਬੁੱਧੀਜੀਵੀਆਂ ਦਾ ਜਿਹੜਾ ਭਾਜਪਾ ਦੇ ਵੱਲ ਮੁਹਾੜ ਮੁੜਿਆ, ਉਸ ਦੇ ਕਾਰਨਾਂ ਦੇ ਬਾਰੇ ਗੱਲਬਾਤ ਕੀਤੀ ਹੈ ਕਿ ਆਖਿਰਕਾਰ ਇਹੋ ਜਿਹੇ ਨਾਜ਼ੁਕ ਦੌਰ ਦੇ ਵਿੱਚ, ਜਿਸ ਵੇਲੇ ਕਿਸਾਨੀ ਅੰਦੋਲਨ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੋਵੇ ਔਰ ਧਾਰਮਿਕ ਮੁੱਦਿਆਂ ਦੇ ਉੱਤੇ ਪੰਜਾਬ ਲਗਾਤਾਰ ਘਿਰਿਆ ਹੋਵੇ, ਪੰਜਾਬ ਸਰਕਾਰ ਲਗਾਤਾਰ ਘਿਰੀ ਹੋਵੇ, ਔਰ ਉਸ ਵੇਲੇ ਧਰਮ ਦੀ ਆੜ ਲੈ ਕੇ ਜਿਹੜਾ ਭਾਜਪਾ ਦੇ ਵਿੱਚ ਸਿੱਖ ਬੁੱਧੀਜੀਵੀਆਂ ਦਾ ਮੁਹਾੜ ਜਿਹੜਾ ਹੈ ਉਹ ਵੱਧ ਰਿਹਾ, ਔਰ ਨਾਲ ਹੀ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋਂ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ, ਬਰੀਕੀ ਦੇ ਨਾਲ ਵਿਸਥਾਰਪੂਰਵਕ ਉਸਦੀ ਜਿਹੜੀ ਗੱਲਬਾਤ ਹੈ ਉਹ ਕੀਤੀ ਹੈ, ਵਿਚਾਰ ਇਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਫਿਰ ਹਾਜ਼ਰ ਹੋਵਾਂਗੇ ਨਵੇਂ ਐਪੀਸੋਡ ਦੇ ਵਿੱਚ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।